Kanchan Outlook। गौड़ी गज नव गज 10 गज 21 पुरियां एक तनाई 60 सूत नव खंड 72 पाट लगो अधकाई। कबीर जी इत्थे मनुੱਖ ਤੇ ਸਰੀਰ ਦੀ ਗੱਲ ਕਰਦੇ ਹਨ ਤੇ ਉਦਾਹਰਣ ਤਾਣੀ ਦੀ ਲੈਂਦੇ ਹਨ। ਗਜ ਨਵ ਭਾਵ 9 ਗਜ, 9 ਗੋਲਕਾਂ, 9 ਦੁਆਰ ਸਾਡੇ ਸਰੀਰ ਦੇ, 9 ਸੁਰਾਖ ਜੋ ਸਾਡੇ ਸਰੀਰ ਦੇ ਵਿੱਚ ਹਨ। ਗਜ 10 ਜਾਣੀ 10 ਇੰਦਰੇ, 2 ਹੱਥ, 2 ਨਾਸਾਂ, 2 ਕੰਨ, 2 ਅੱਖਾਂ, 1 ਮੂੰਹ ਤੇ 10ਵਾਂ ਦੁਆਰ ਸਾਡਾ ਦਿਮਾਗ। ਗਜ 21 21 ਦੀ ਗਿਣਤੀ ਦੇ ਵਿੱਚ ਕਬੀਰ ਜੀ 5 ਸੂਖਮ ਤੱਤ, 5 ਅਸਥੂਲ ਤੱਤ, 10 ਪ੍ਰਾਣ ਅਤੇ 1 ਮਨ ਦੀ ਗਿਣਤੀ ਕਰਦੇ ਹਨ। ਪੁਰੀਆ ਤਨਾਈ ਤੋਂ ਭਾਵ ਕਿ ਇਹ ਜੋ ਮਨੁੱਖ ਦਾ ਸਰੀਰ ਹੈ ਜਦੋਂ ਪੈਦਾ ਹੁੰਦਾ ਹੈ, ਜਦੋਂ ਜੀਵ ਜਨਮ ਲੈਂਦਾ ਹੈ ਤਾਂ ਇਹ ਸਰੀਰ ਕਬੀਰ ਜੀ ਕਹਿੰਦੇ ਪੂਰੀ ਦੀ ਪੂਰੀ ਇੱਕ ਤਾਣੀ ਹੁੰਦੀ ਹੈ, ਬਣੀ ਬਣਾਈ 40 ਗਜ਼ ਦੀ ਤਾਣੀ। 21 ਜਮਾ 10 ਤੇ ਜਮਾ 9 40 ਬਣ ਗਏ। ਬੜਾ ਹਿਸਾਬ ਕਿਤਾਬ ਲਗਾ ਕੇ ਕਹਿ ਸਕਦੇ ਹਾਂ ਇਹ ਪੰਕਤੀ ਲਿਖੀ ਗਈ ਹੈ। ਅੱਗੇ ਕਹਿੰਦੇ 60 ਸੂਤ ਨਵ ਖੰਡ 72 ਪਾਟ ਲੱਗੋ ਅਧਕਾਈ। ਕਹਿੰਦੇ 60 ਨਾੜੀਆਂ ਉਸ ਤਾਣੀ ਦੇ ਲੰਮੇ ਪਾਸੇ ਦਾ ਸੂਤਰ ਹੁੰਦਾ ਹੈ। ਸਰੀਰ ਦੇ 9 ਜੋੜ ਉਸ ਤਾਣੀ ਦੇ 9 ਟੋਟੇ ਨੇ ਤੇ 72 ਛੋਟੀਆਂ ਨਾੜੀਆਂ ਉਸ ਤਾਣੀ ਨੂੰ ਵਾਧੂ ਪੇਟਾ ਲੱਗਿਆ ਹੋਇਆ ਹੈ। ਸਰੀਰ ਦੀ ਗੁੰਝਲਤਾ ਦੀ ਗੱਲ ਕਰਦੇ ਹਨ ਕਿ ਕਿੰਨਾ ਗੁੰਝਲਦਾਰ ਸਾਡਾ ਇਹ ਸਰੀਰ ਹੈ। ਜਦੋਂ ਜੀਵ ਪੈਦਾ ਹੁੰਦਾ ਹੈ ਇਹ ਪੂਰੇ ਦਾ ਪੂਰਾ ਸਰੀਰ ਲੈ ਕੇ ਪੈਦਾ ਹੁੰਦਾ ਹੈ। ਗਈ ਬਨਾਵਨ ਮਾਹੋ ਘਰ ਛੋੜਿਆ ਜਾਏ ਜੁਲਾਹੋ ਰਹਾਓ। ਜਦੋਂ ਜੀਵ ਜਲਾਹਾ, ਜਲਾਹਾ ਸ਼ਬਦ ਇਸ ਲਈ ਵਰਤਿਆ ਗਿਆ ਕਿਉਂਕਿ ਤਾਣੀਆਂ ਬੁਣਨ ਵਾਲਿਆਂ ਨੂੰ ਜਲਾਹੇ ਕਿਹਾ ਜਾਂਦਾ ਸੀ। ਤਾਂ ਜਦੋਂ ਜੀਵ ਜਲਾਹਾ ਪ੍ਰਭੂ ਦੇ ਚਰਨ ਵਿਸਾਰਦਾ ਹੈ ਤਾਂ ਇਹ ਵਾਸ਼ਨਾ ਸਰੀਰ ਰੂਪੀ ਤਾਣੀ ਨੂੰ ਉਣਾਉਣ ਲੱਗ ਜਾਂਦੀ ਹੈ, ਉਧੇੜਨ ਲੱਗ ਜਾਂਦੀ ਹੈ। ਗਜੀ ਨਾ ਮਿਨੀਐ ਤੋਲ ਨਾ ਤੁਲੀਐ ਪਾਚਨ ਸੇਰ ਅਢਾਈ। ਜੌ ਕਰ ਪਾਚਨ ਬੇਗ ਨਾ ਪਾਵੈ ਝਗਰ ਕਰੈ ਕਰ ਹਾਈ। ਇਹ ਜੋ ਸਰੀਰ ਹੈ ਕਬੀਰ ਜੀ ਕਹਿੰਦੇ ਇਹਨੂੰ ਗਜਾਂ ਨਾਲ ਮਿਣਿਆ ਨਹੀਂ ਜਾਂਦਾ, ਇਹਨੂੰ ਵਟਿਆਂ ਦੇ ਨਾਲ ਤੋਲਿਆ ਵੀ ਨਹੀਂ ਜਾਂਦਾ। ਪਰ ਜਿਵੇਂ ਤਾਣੀ ਨੂੰ ਪਾਣ ਚੜਾਉਣੀ ਪੈਂਦੀ ਹੈ ਤਾਂ ਕਿ ਧਾਗੇ ਪੱਕੇ ਹੋ ਜਾਣ ਤੇ ਟੁੱਟਣ ਨਾ, ਇਸੇ ਤਰ੍ਹਾਂ ਹੀ ਸਾਡੇ ਸਰੀਰ ਨੂੰ ਵੀ ਖੁਰਾਕ ਰੂਪੀ ਪਾਣ ਚੜਾਉਣੀ ਪੈਂਦੀ ਹੈ। 2.5 ਸੇਰ ਖੁਰਾਕ ਕਬੀਰ ਜੀ ਕਹਿੰਦੇ ਕਿ ਸਾਡੇ ਸਰੀਰ ਨੂੰ ਹਰ ਰੋਜ਼ ਪਾਉਣੀ ਪੈਂਦੀ ਹੈ। ਜੌ ਕਰ ਪਾਚਨ ਬੇਗ ਨਾ ਪਾਵੈ, ਬੇਗ ਤੋਂ ਭਾਵ ਜਲਦੀ, ਸਮੇਂ ਸਿਰ। ਜੇ ਸਮੇਂ ਸਿਰ ਇਸ ਸਰੀਰ ਦੇ ਵਿੱਚ ਖੁਰਾਕ ਨਾ ਪਾਈ ਜਾਵੇ, ਝਗਰ ਕਰੈ ਕਰਹਾਈ, ਤਾਂ ਘਰ ਦੇ ਵਿੱਚ ਹੀ ਝਗੜਾ ਹੋ ਜਾਂਦਾ ਹੈ। ਘਰ ਭਾਵ ਸਰੀਰ, ਸਰੀਰ ਦੇ ਵਿੱਚ ਹੀ ਝਗੜਾ ਹੋ ਜਾਂਦਾ ਹੈ। ਸਰੀਰ ਦੇ ਵਿੱਚ ਤੜਥੱਲੀ ਮਚ ਜਾਂਦੀ ਹੈ। ਦਿਨ ਕੀ ਬੈਠ ਖਸਮ ਕੀ ਬਰਕਸ ਇਹ ਬੇਲਾ ਕਤ ਆਈ। ਛੂਟੇ ਕੁੰਡੇ ਭੀਗੈ ਪੁਰੀਆ ਚਲਿਓ ਜੁਲਾਹੋ ਰਸਾਈ। ਦਿਨ ਕੀ ਬੈਠ ਭਾਵ ਥੋੜ੍ਹੇ ਦਿਨਾਂ ਦੀ ਬੈਠਕ ਲਈ, ਥੋੜ੍ਹੇ ਦਿਨਾਂ ਦੀ ਜਿਉਣ ਦੇ ਲਈ। ਬਰਕਸ ਤੋਂ ਭਾਵ ਆਕੀ ਹੋ ਜਾਣਾ। ਕਹਿੰਦੇ ਵਾਸ਼ਨਾ ਵੱਧਾ ਜੀਵ ਜੋ ਹੈ ਉਹ ਥੋੜ੍ਹੇ ਦਿਨਾਂ ਦੇ ਜਿਉਣ ਖਾਤਰ, ਥੋੜ੍ਹੇ ਦਿਨਾਂ ਦੇ ਨਜ਼ਾਰੇ ਲੈਣ ਦੀ ਖਾਤਰ ਖਸਮ ਪ੍ਰਭੂ ਤੋਂ ਆਕੀ ਹੋ ਜਾਂਦਾ ਹੈ, ਪ੍ਰਮਾਤਮਾ ਨੂੰ ਭੁਲਾ ਦਿੰਦਾ ਹੈ ਤੇ ਇਹ ਵੇਲਾ ਮੁੜ ਕੇ ਉਹਦੇ ਹੱਥ ਨਹੀਂ ਆਉਂਦਾ। ਆਖਰ ਨੂੰ ਕੀ ਹੁੰਦਾ ਹੈ? ਛੁੱਟੇ ਕੁੰਡੇ ਭੀਗੈ ਪੁਰੀਆ। ਕੁੰਡੇ ਤੋਂ ਭਾਵ ਮਿੱਟੀ ਦੇ ਬਰਤਨ ਜਿਨ੍ਹਾਂ ਵਿੱਚ ਪਾਣੀ ਪਾ ਕੇ ਸੂਤਰ ਦੀਆਂ ਨਲੀਆਂ ਕੱਪੜਾ ਉਣਨ ਵੇਲੇ ਭਿਉਂ ਕੇ ਰੱਖੀ ਦੀਆਂ ਹਨ। ਕੁੰਡੇ ਦੇ ਵਿੱਚ ਸਬਜ਼ੀ ਵਗੈਰਾ ਬਣਾਉਣ ਵੇਲੇ ਤੜਕਾ ਵੀ ਕੁੱਟਿਆ ਜਾਂਦਾ ਹੈ, ਉਹ ਬਰਤਨ ਨੂੰ ਕੁੰਡਾ ਕਹਿੰਦੇ ਹਨ। ਛੋਟੇ ਕੁੰਡੇ ਤੋਂ ਭਾਵ, ਪਰ ਇੱਥੇ ਜੋ ਕੁੰਡੇ ਸ਼ਬਦ ਵਰਤਿਆ ਗਿਆ ਉਹ ਜਗਤ ਦੇ ਪਦਾਰਥਾਂ ਦੇ ਲਈ, ਕਿਉਂਕਿ ਤਾਣੀ ਦੀ ਉਦਾਹਰਣ ਲਈ ਜਾ ਰਹੀ ਹੈ ਤੇ ਗੱਲ ਮਨੁੱਖ ਦੇ ਸਰੀਰ ਦੀ ਹੋ ਰਹੀ ਹੈ। ਸੋ ਛੁੱਟੇ ਕੁੰਡੇ ਤੋਂ ਭਾਵ ਕਿ ਅੰਤ ਵੇਲੇ ਇਹ ਜੋ ਪਦਾਰਥ ਹਨ ਇਹ ਖੁੱਸ ਜਾਂਦੇ ਹਨ। ਮਨ ਦੀਆਂ ਵਾਸ਼ਨਾ ਇਹਨਾਂ ਪਦਾਰਥਾਂ ਦੇ ਵਿੱਚ ਫਸੀਆਂ ਹੀ ਰਹਿ ਜਾਂਦੀਆਂ ਨੇ ਤੇ ਪ੍ਰਮਾਤਮਾ ਤੋਂ ਵਿਛੋੜੇ ਦੇ ਕਾਰਨ ਜੋ ਜੀਵ ਹੈ ਉਹ ਖਿੱਚ ਕੇ ਇੱਥੋਂ ਚਲਿਆ ਜਾਂਦਾ ਹੈ।
ਜਾਣਾ ਤੇ ਸਭ ਨੇ ਹੈ। ਜੋ ਪ੍ਰਮਾਤਮਾ ਦੇ ਨਾਲ ਜੁੜਿਆ ਹੋਇਆ ਹੈ, ਜਿਨ੍ਹਾਂ ਪ੍ਰਮਾਤਮਾ ਨੂੰ ਆਪਣੇ ਮਨ ਵਿੱਚ ਵਸਾਇਆ ਹੋਇਆ ਹੈ, ਇਸ ਦੁਨੀਆ ਨੂੰ ਛੱਡ ਕੇ ਜਾਣਾ ਉਹਨੇ ਵੀ ਹੈ। ਜਿਨ੍ਹਾਂ ਨਹੀਂ ਵਸਾਇਆ, ਜੋ ਪ੍ਰਮਾਤਮਾ ਤੋਂ ਮੁਨਕਰ ਹੋਇਆ ਹੈ, ਜਾਣਾ ਉਹਨੇ ਵੀ ਹੈ। ਫਰਕ ਇੱਥੇ ਪੈ ਜਾਂਦਾ ਹੈ ਕਿ ਜੋ ਮੁਨਕਰ ਹੋਇਆ ਹੈ ਉਹ ਖਿੱਚ ਕੇ ਜਾਂਦਾ ਹੈ, ਦੁਖੀ ਹੋ ਕੇ ਜਾਂਦਾ ਹੈ, ਤੇ ਜੋ ਪ੍ਰਮਾਤਮਾ ਨਾਲ ਜੁੜਿਆ ਹੋਇਆ ਹੈ ਉਹ ਖੁਸ਼ੀ-ਖੁਸ਼ੀ ਇਸ ਜਹਾਨ ਨੂੰ ਅਲਵਿਦਾ ਕਹਿ ਜਾਂਦਾ ਹੈ। ਸ਼ੋਸ਼ੀ ਨਲੀ ਤੰਤ ਨਹੀਂ ਨਿਕਸੈ, ਨਤਰ ਰਹੀ ਉਰਝਾਈ, ਛੋੜ ਪਸਾਰ ਈਹਾ ਰਹੁ ਬਪੁਰੀ, ਕਉ ਕਬੀਰ ਸਮਝਾਈ। ਸ਼ੋਸ਼ੀ ਨਲੀ ਤੋਂ ਭਾਵ ਕਿ ਅੰਤ ਵੇਲੇ ਜੋ ਨਲੀ ਹੈ ਉਹ ਖਾਲੀ ਹੋ ਜਾਂਦੀ ਹੈ। ਹੁਣ ਤਾਣੀ ਬੁਣਦੇ ਹਾਂ, ਨਲੀ ਦੇ ਵਿੱਚੋਂ ਧਾਗਾ ਨਿਕਲਦਾ ਜਾਂਦਾ ਹੈ, ਤੰਦ ਨਿਕਲਦਾ ਜਾਂਦਾ ਹੈ, ਤਾਣੀ ਬੁਣੀ ਜਾਂਦੀ ਹੈ। ਤੇ ਮਨੁੱਖ ਦੇ ਸਰੀਰ ਦੇ ਲਈ ਸਵਾਸ ਜੋ ਹਨ ਉਹੀ ਤੰਦ ਹਨ। ਸੋ ਸ਼ੋਸ਼ੀ ਨਲੀ ਭਾਵ ਕਿ ਇਹ ਜੋ ਸਵਾਸਾਂ ਦੀ ਨਲੀ ਹੈ ਉਹ ਖਾਲੀ ਹੋ ਜਾਂਦੀ ਹੈ। ਤੰਤ ਨਹੀਂ ਨਿਕਸੈ, ਤੰਦ ਨਹੀਂ ਨਿਕਲਦਾ। ਨਤਰ ਰਹੀ ਉਰਝਾਈ, ਤੁਰ ਜੋ ਹੈ ਉਹ ਉਲਝੀ ਨਹੀਂ ਰਹਿੰਦੀ। ਜੀਵ ਆਤਮਾ ਸਰੀਰ ਨੂੰ ਛੱਡ ਦਿੰਦਾ ਹੈ, ਸਵਾਸ ਚੱਲਣੇ ਬੰਦ ਹੋ ਜਾਂਦੇ ਹਨ, ਸਵਾਸਾਂ ਦਾ ਨਾਭੀ ਦੇ ਨਾਲੋਂ ਸੰਬੰਧ ਟੁੱਟ ਜਾਂਦਾ ਹੈ। ਛੋੜ ਪਸਾਰ ਈਹਾ ਰਹੁ ਬਪੁਰੀ, ਕਹੋ ਕਬੀਰ ਸਮਝਾਈ। ਹੇ ਕਬੀਰ, ਹੁਣ ਤਾਂ ਇਸ ਵਾਸ਼ਨਾ ਨੂੰ ਮੱਤ ਦੇ ਕੇ ਆਖ ਕੇ, ਹੇ ਚੰਦਰੀ ਵਾਸ਼ਨਾ, ਇਹ ਜੰਜਾਲ ਛੱਡ ਦੇ ਤੇ ਹੁਣ ਤਾਂ ਇਸ ਜੀਵ ਦੀ ਖਲਾਸੀ ਕਰ। ਹੁਣ ਤੇ ਅੰਤ ਵੇਲਾ ਆ ਗਿਆ ਹੈ। ਗੌੜੀ ਏਕ ਜੋਤ ਏਕਾ ਮਿਲੀ, ਕਿੰਬਾ ਹੋਏ ਮਹੋਏ, ਜਿਤ ਘਟ ਨਾਮ ਨਾ ਉਪਜੈ, ਫੂਟ ਮਰੈ ਜਨ ਸੋਏ। ਏਕ ਜੋਤ ਕਿ ਜੋ ਸਾਡੀ ਜੋਤ ਹੈ, ਸਾਡੀ ਆਤਮਾ ਹੈ, ਏਕਾ ਮਿਲੀ, ਉਸ ਇੱਕ ਪਰਮਾਤਮਾ ਦੇ ਨਾਲ ਜਦ ਮਿਲ ਜਾਏ। ਕਿੰਬਾ ਹੋਏ, ਇਹ ਸਵਾਲ ਪੁੱਛਿਆ ਗਿਆ ਹੈ ਇਹਨਾਂ ਦੋ ਸ਼ਬਦਾਂ ਦੇ ਵਿੱਚ ਕਿ ਜਦੋਂ ਜੀਵ ਦੀ ਆਤਮਾ ਪਰਮਾਤਮਾ ਦੇ ਨਾਲ ਇੱਕਮਿਕ ਹੋ ਜਾਏ, ਕਿੰਬਾ ਹੋਏ, ਕਿ ਫਿਰ ਵੀ ਉਹਦੀ ਵੱਖਰੀ ਹਸਤੀ ਰਹਿ ਜਾਂਦੀ ਹੈ, ਕਿ ਫਿਰ ਵੀ ਉਹਦੇ ਅੰਦਰ ਹਉਮੈ ਬਚਦੀ ਹੈ। ਅਗਲਾ ਸ਼ਬਦ ਮਹੋਏ, ਕਹਿੰਦੇ ਨਹੀਂ, ਜਦ ਆਤਮਾ ਤੇ ਪ੍ਰਮਾਤਮਾ ਦਾ ਸੁਮੇਲ ਹੋ ਜਾਏ ਤੇ ਫਿਰ ਹਉਮੈ ਬਚਦੀ ਨਹੀਂ, ਸਾਡੀ ਵੱਖਰੀ ਹਸਤੀ ਰਹਿ ਨਹੀਂ ਜਾਂਦੀ। ਹਾਂ, ਜਿਤ ਘਟ ਨਾਮ ਨਾ ਉਪਜੈ, ਫੂਟ ਮਰੈ ਜਨ ਸੋਏ। ਜਿਸ ਸਰੀਰ ਦੇ ਵਿੱਚ ਪ੍ਰਮਾਤਮਾ ਦਾ ਨਾਮ ਨਹੀਂ ਉਪਜਦਾ, ਪ੍ਰਮਾਤਮਾ ਦਾ ਨਾਮ ਨਹੀਂ ਪੈਦਾ ਹੁੰਦਾ, ਉਹੀ ਮਨੁੱਖ ਹਉਮੈ ਦੇ ਨਾਲ ਦੁਖੀ ਹੁੰਦਾ ਹੈ। ਸਾਂਵਲ ਸੁੰਦਰ ਰਾਮਈਆ, ਮੇਰਾ ਮਨ ਲਾਗਾ ਤੋਹੇ ਰਹਾਉ। ਹੇ ਮੇਰੇ ਸਾਂਵਲੇ ਸੋਹਣੇ ਰਾਮ, ਗੁਰੂ ਦੀ ਕਿਰਪਾ ਨਾਲ ਮੇਰਾ ਮਨ ਤਾਂ ਤੇਰੇ ਚਰਨਾਂ ਵਿੱਚ ਜੁੜਿਆ ਹੋਇਆ ਹੈ, ਮੈਨੂੰ ਹਉਮੈ ਕਿਵੇਂ ਤੰਗ ਕਰ ਸਕਦੀ ਹੈ। ਸਾਧ ਮਿਲੈ ਸਿੱਧ ਪਾਈਐ, ਕਿ ਇਹੋ ਜੋਗ ਕੇ ਭੋਗ, ਦੋਹ ਮਿਲ ਕਾਰਜ ਉਪਜੈ, ਰਾਮ ਨਾਮ ਸੰਜੋਗ। ਇਹ ਜੋ ਸਿੱਧੀ ਹੈ, ਕਿਹੜੀ ਸਿੱਧੀ? ਆਪਣੇ ਅੰਦਰੋਂ ਹਉਮੈ ਨੂੰ ਖਤਮ ਕਰ ਲੈਣ ਵਾਲੀ ਸਿੱਧੀ ਤੇ ਪਰਮ ਸ਼ਾਂਤੀ ਦਾ ਅਹਿਸਾਸ ਆਪਣੇ ਅੰਦਰੋਂ ਕਰਨ ਵਾਲੀ ਸਿੱਧੀ। ਸਾਧ ਮਿਲੈ ਸਿੱਧ ਪਾਈਐ, ਇਹ ਸਿੱਧੀ ਸਤਿਗੁਰੂ ਨੂੰ ਮਿਲਿਆ ਪ੍ਰਾਪਤ ਹੁੰਦੀ ਹੈ ਕਿ ਇਹੋ ਜੋਗ ਕੇ ਭੋਗ। ਤੇ ਜਦ ਇਹ ਮਿਲ ਜਾਏ ਤੇ ਫਿਰ ਇਹਦੇ ਸਾਹਮਣੇ ਜੋਗ ਵੀ ਤੁੱਛ ਹੈ, ਦੁਨੀਆ ਦੇ ਪਦਾਰਥਾਂ ਦਾ ਭੋਗ ਵੀ ਤੁੱਛ ਹੈ। ਦੋਹ ਮਿਲ ਕਾਰਜ ਉਪਜੈ, ਦੋਹ ਮਿਲ ਭਾਵ ਸਤਿਗੁਰੂ ਦਾ ਸ਼ਬਦ ਤੇ ਸਿੱਖ ਦੀ ਸੁਰਤ ਜਦੋਂ ਦੋਨੇ ਮਿਲ ਜਾਂਦੇ ਹਨ, ਕਾਰਜ ਉਪਜੈ ਤਾਂ ਕੰਮ ਸਿਰੇ ਚੜ ਜਾਂਦਾ ਹੈ। ਰਾਮ ਨਾਮ ਸੰਜੋਗ, ਕਿਹੜਾ ਕੰਮ ਸਿਰੇ ਚੜ੍ਹਦਾ ਹੈ? ਪ੍ਰਮਾਤਮਾ ਦੇ ਨਾਮ ਦਾ ਤੇ ਜੀਵ ਆਤਮਾ ਦਾ ਸੰਜੋਗ, ਉਹਨਾਂ ਦਾ ਮਿਲਾਪ ਹੋ ਜਾਂਦਾ ਹੈ। ਲੋਗ ਜਾਣੈ ਇਹੋ ਗੀਤ ਹੈ, ਇਹੋ ਤੋ ਬ੍ਰਹਮ ਵਿਚਾਰ, ਜਿਉ ਕਾਸ਼ੀ ਉਪਦੇਸ਼ ਹੋਏ, ਮਾਨਸ ਮਰਤੀ ਬਾਰ। ਲੋਕ ਸਮਝਦੇ ਹਨ ਕਿ ਇਹ ਇੱਕ ਸਧਾਰਨ ਗੀਤ ਹੈ, ਪਰ ਇਹ ਤੇ ਪ੍ਰਮਾਤਮਾ ਦੇ ਗੁਣਾਂ ਦੀ ਵਿਚਾਰ ਹੈ। ਜੋ ਸਤਿਗੁਰੂ ਦਾ ਸ਼ਬਦ ਹੈ, ਲੋਕ ਇਹ ਮੰਨਦੇ ਨੇ ਕਿ ਸਧਾਰਨ ਗੀਤ ਹੈ, ਪਰ ਕਬੀਰ ਜੀ ਕਹਿੰਦੇ ਇਹ ਤੇ ਇਹ ਤੇ ਪ੍ਰਮਾਤਮਾ ਦੇ ਗੁਣਾਂ ਦੀ ਵਿਚਾਰ ਹੈ। ਤੇ ਅਜਿਹੀ ਵਿਚਾਰ ਹੈ ਜੋ ਜਿਉਂਦੇ ਜੀ ਹੀ ਹਉਮੈ ਤੋਂ ਮੁਕਤੀ ਦਿਵਾ ਦਿੰਦੀ ਹੈ। ਜਿਉ ਕਾਸ਼ੀ ਉਪਦੇਸ਼ ਹੋਏ, ਮਾਨਸ ਮਰਤੀ ਬਾਰ। ਇਹ ਮੰਨਿਆ ਜਾਂਦਾ ਹੈ ਕਿ ਮਰਨ ਦੇ ਪਿੱਛੋਂ ਜੀਵ ਕਾਸ਼ੀ ਪਹੁੰਚਦਾ ਹੈ, ਉੱਥੇ ਸ਼ਿਵ ਜੀ ਦਾ ਮੁਕਤੀ ਦਾਤਾ ਇੱਕ ਉਪਦੇਸ਼ ਕਰਦਾ ਹੈ ਜਿਹਦੇ ਨਾਲ ਕਿ ਮੁਕਤੀ ਮਿਲਦੀ ਹੈ। ਇਹ ਖਿਆਲ ਕੀਤਾ ਜਾਂਦਾ ਹੈ। ਅਜਿਹੀ
ਮਨੌਤ ਹੈ। ਤੇ ਕਬੀਰ ਜੀ ਕਹਿੰਦੇ ਕਿ ਉਹ ਜੋ ਉਪਦੇਸ਼ ਹੈ ਉਹ ਸਤਿਗੁਰੂ ਦੇ ਸ਼ਬਦ ਦੇ ਵਿੱਚੋਂ ਤੁਹਾਨੂੰ ਜਿਉਂਦੇ ਜੀ ਹੀ ਮਿਲ ਜਾਣਾ ਹੈ, ਤੇ ਉਹਨੇ ਤੁਹਾਨੂੰ ਜਿਉਂਦੇ ਜੀ ਹੀ ਹਉਮੈ ਤੋਂ ਮੁਕਤੀ ਦਿਵਾ ਦੇਣੀ ਹੈ। ਕੋਈ ਗਾਵੈ ਕੋ ਸੁਣੈ ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ। ਜੋ ਵੀ ਮਨੁੱਖ ਪ੍ਰੇਮ ਦੇ ਨਾਲ ਪ੍ਰਭੂ ਦਾ ਨਾਮ ਗਾਉਂਦਾ ਹੈ ਜਾਂ ਸੁਣਦਾ ਹੈ, ਹੇ ਕਬੀਰ ਇਹ ਆਖ ਕਿ ਇਹਦੇ 'ਚ ਕੋਈ ਸ਼ੱਕ ਨਹੀਂ, ਉਹ ਜ਼ਰੂਰ ਸਭ ਤੋਂ ਉੱਚੀ ਆਤਮਿਕ ਅਵਸਥਾ ਹਾਸਲ ਕਰ ਲੈਂਦਾ ਹੈ। ਗੌੜੀ ਜੇਤੇ ਯਤਨ ਕਰਤ ਤੇ ਡੂਬੇ, ਭਵ ਸਾਗਰ ਨਹੀਂ ਤਾਰਿਓ ਰੇ, ਕਰਮ ਧਰਮ ਕਰਤੇ ਬਹੁ ਸੰਜਮ, ਅਹੰ ਬੁੱਧ ਮਨ ਜਾਰਿਓ ਰੇ। ਕਰਮ ਧਰਮ ਤੋਂ ਭਾਵ ਧਾਰਮਿਕ ਰਸਮਾਂ। ਹਰ ਧਰਮ ਦੀਆਂ ਆਪੋ ਆਪਣੀਆਂ ਕੁਝ ਰਸਮਾਂ ਹੁੰਦੀਆਂ ਨੇ, ਉਹਨਾਂ ਰਸਮਾਂ ਨੂੰ ਕਰਮ ਧਰਮ ਕਿਹਾ ਗਿਆ ਹੈ। ਬਹੁਤ ਸਾਰੇ ਮਨੁੱਖ ਕਰਮ ਧਰਮ ਕਰਦੇ ਹਨ, ਬਹੁਤ ਸੰਜਮ ਕਰਦੇ ਹਨ, ਵਰਤ ਆਦਿਕ ਰੱਖਦੇ ਹਨ। ਕਬੀਰ ਜੀ ਕਹਿੰਦੇ ਇਹ ਸਾਰੀਆਂ ਹੀ ਰਸਮਾਂ ਜੋ ਹਨ, ਇਹਨਾਂ ਦੇ ਵਿੱਚੋਂ ਹਉਮੈ ਉਤਪੰਨ ਹੁੰਦੀ ਹੈ, ਕਿਉਂਕਿ ਮਨੁੱਖ ਇਹ ਸੋਚਣ ਲੱਗ ਜਾਂਦਾ ਹੈ ਕਿ ਮੈਂ ਇਹ ਰਸਮਾਂ ਕਰਦਾ, ਮੈਂ ਤੇ ਬਹੁਤ ਧਾਰਮਿਕ ਹਾਂ। ਇਹ ਜੋ ਹਉਮੈ ਇਹਨਾਂ ਰਸਮਾਂ ਦੇ ਵਿੱਚੋਂ ਪੈਦਾ ਹੁੰਦੀ ਹੈ, ਉਹ ਸਾਡੇ ਮਨ ਨੂੰ ਸਾੜ ਦਿੰਦੀ ਹੈ। ਜਿਹੜੇ ਵੀ ਮਨੁੱਖ ਅਜਿਹੇ ਯਤਨ ਕਰਦੇ ਹਨ, ਜੇਤੇ ਯਤਨ ਕਰਤ ਤੇ ਡੂਬੇ, ਉਹ ਸਾਰੇ ਹੀ ਸੰਸਾਰ ਸਮੁੰਦਰ ਦੇ ਵਿੱਚ ਡੁੱਬ ਜਾਂਦੇ ਹਨ। ਭਵ ਸਾਗਰ ਨਹੀਂ ਤਾਰਿਓ ਰੇ, ਇਹ ਜੋ ਰਸਮਾਂ ਹਨ ਇਹ ਤੁਹਾਨੂੰ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਲੰਘਾ ਸਕਦੀਆਂ। ਸਾਸ ਗਰਾਸ ਕੋ ਦਾਤੋ ਠਾਕੁਰ, ਸੋ ਕਿਉ ਮਨੋ ਵਿਸਾਰਿਓ ਰੇ। ਜੋ ਪ੍ਰਮਾਤਮਾ ਸਾਨੂੰ ਸਾਹ ਅਤੇ ਖਾਣਾ ਦਿੰਦਾ ਹੈ, ਦਾਤਾ ਹੈ, ਉਹਨੂੰ ਕਿਉਂ ਮਨੋਂ ਵਿਸਾਰਦੇ ਹੋ। ਹੀਰਾ ਲਾਲ ਅਮੋਲ ਜਨਮ ਹੈ, ਕੌਡੀ ਬਦਲੈ ਹਾਰਿਓ ਰੇ ਰਹਾਓ। ਇਹ ਜੋ ਮਨੁੱਖਾ ਜਨਮ ਹੈ ਅਮੋਲਕ ਲਾਲ ਹੈ, ਹੀਰੇ ਵਰਗਾ ਕੀਮਤੀ ਹੈ, ਇਹਨੂੰ ਕੌਡੀ ਦੀ ਖਾਤਰ ਕਿਉਂ ਗਵਾ ਰਹੇ ਹੋ। ਤ੍ਰਿਸ਼ਨਾ ਤ੍ਰਿਖਾ ਭੂਖ ਭਰਮ ਲਾਗੀ, ਹਿਰਦੈ ਨਾਹੇ ਵਿਚਾਰਿਓ ਰੇ। ਉਨਮਤ ਮਾਨ ਹਿਰਿਓ ਮਨ ਮਾਹੀ, ਗੁਰ ਕਾ ਸ਼ਬਦ ਨਾ ਧਾਰਿਓ ਰੇ। ਕਬੀਰ ਜੀ ਕਹਿੰਦੇ ਕਿ ਹੇ ਭਾਈ, ਕਦੇ ਤੂੰ ਆਪਣੇ ਹਿਰਦੇ ਦੇ ਵਿੱਚ ਵਿਚਾਰ ਕਰਕੇ ਨਹੀਂ ਦੇਖੀ ਕਿ ਕਿਵੇਂ ਭਟਕਣਾ ਦੇ ਕਾਰਨ ਤੈਨੂੰ ਮਾਇਆ ਦੀ ਤ੍ਰਿਸ਼ਨਾ, ਮਾਇਆ ਦੀ ਭੁੱਖ, ਮਾਇਆ ਦੀ ਤ੍ਰੇ ਲੱਗ ਗਈ ਹੈ। ਉਨਮਤ ਤੋਂ ਭਾਵ ਮਸਤਿਆ ਹੋਇਆ, ਮਾਨ ਹਿਰਿਓ ਭਾਵ ਹਉਮੈ ਦੇ ਵਿੱਚ। ਕਹਿੰਦੇ ਤੂੰ ਹਉਮੈ ਦੇ ਵਿੱਚ ਮਸਤਿਆ ਹੋਇਆ ਹੀ ਫਿਰ ਰਿਹਾ ਹੈ। ਮਨ ਮਾਹੀ ਗੁਰ ਕਾ ਸ਼ਬਦ ਨਾ ਧਾਰਿਓ ਰੇ, ਗੁਰੂ ਦਾ ਸ਼ਬਦ ਆਪਣੇ ਮਨ ਦੇ ਵਿੱਚ ਨਹੀਂ ਧਾਰਿਆ। ਸਵਾਦ ਲੁਭਤ ਇੰਦਰੀ ਰਸ ਪ੍ਰੇਰਿਓ, ਮਦ ਰਸ ਲੈਤ ਵਿਕਾਰਿਓ ਰੇ। ਤੂੰ ਦੁਨੀਆ ਦੇ ਸਵਾਦਾਂ ਦਾ ਲੋਭੀ ਬਣ ਰਿਹਾ ਹੈ, ਇੰਦਰੀ ਦੇ ਚਸਕੇ ਦਾ ਪ੍ਰੇਰਿਆ ਹੋਇਆ ਤੂੰ ਵਿਕਾਰਾਂ ਦੇ ਨਸ਼ੇ ਦੇ ਸਵਾਦ ਲੈਂਦਾ ਰਹਿੰਦਾ ਹੈ। ਕਰਮ ਭਾਗ ਸੰਤਨ ਸੰਗਾਨੇ, ਕਾਸਟ ਲੋ ਉਧਾਰਿਓ ਰੇ। ਜਿਨ੍ਹਾਂ ਦੇ ਚੰਗੇ ਭਾਗ ਜਾਗ ਪੈਂਦੇ ਹਨ, ਕਰਮ ਭਾਗ ਸੰਤਨ ਸੰਗਾਨੇ, ਉਹਨਾਂ ਨੂੰ ਸੰਤਾਂ ਦਾ ਸੰਗ ਕਰਨ ਦਾ ਮੌਕਾ ਮਿਲਦਾ ਹੈ। ਤੇ ਸੰਤਾਂ ਦਾ ਸੰਗ ਇਸ ਸੰਸਾਰ ਸਮੁੰਦਰ ਦੇ ਵਿੱਚ ਮਨੁੱਖ ਦੇ ਲਈ ਬਿਲਕੁਲ ਉਸੇ ਪ੍ਰਕਾਰ ਹੈ ਜਿਵੇਂ ਲੋਹੇ ਦੇ ਲਈ ਲੱਕੜੀ ਦਾ ਸੰਗ ਹੋਵੇ। ਲੋਹਾ ਕੱਲਾ ਪਾਣੀ ਦੇ ਵਿੱਚ ਡੁੱਬ ਜਾਂਦਾ ਹੈ, ਉਸੇ ਲੋਹੇ ਨੂੰ ਲੱਕੜੀ ਦੇ ਉੱਪਰ ਰੱਖ ਦਿੱਤਾ ਜਾਏ ਤੇ ਉਹ ਵੀ ਪਾਰ ਕਿਨਾਰੇ ਲੰਘ ਸਕਦਾ ਹੈ। ਇਸੇ ਪ੍ਰਕਾਰ ਹੀ ਇਸ ਸੰਸਾਰ ਸਮੁੰਦਰ ਦੇ ਵਿੱਚ ਮਨੁੱਖ ਡਿੱਕ ਡੋਲੇ ਖਾਂਦਾ ਹੈ, ਡੁੱਬ ਜਾਂਦਾ ਹੈ। ਪਰ ਜੇ ਉਸੇ ਮਨੁੱਖ ਨੂੰ ਸੰਤ ਜਨਾਂ ਦਾ, ਸਤਿਗੁਰਾਂ ਦਾ ਆਸਰਾ ਮਿਲ ਜਾਏ, ਗੁਰੂ ਦਾ ਆਸਰਾ ਮਿਲ ਜਾਏ, ਤੇ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। ਧਾਵਤ ਜੋਨ ਜਨਮ ਭ੍ਰਮ ਥਾਕੇ, ਅਬ ਦੁੱਖ ਕਰ ਹਮ ਹਾਰਿਓ ਰੇ। ਜੂਨਾਂ ਦੇ ਵਿੱਚ, ਜਨਮਾਂ ਦੇ ਵਿੱਚ ਦੌੜ ਦੌੜ ਕੇ, ਭਟਕ ਭਟਕ ਕੇ ਕਬੀਰ ਜੀ ਕਹਿੰਦੇ ਮੈਂ ਤੇ ਹੁਣ ਥੱਕ ਗਿਆ ਹਾਂ। ਦੁੱਖ ਸਹਾਰ ਸਹਾਰ ਕੇ ਹੋਰ ਸਾਰੇ ਆਸਰੇ ਮੈਂ ਛੱਡ ਦਿੱਤੇ ਹਨ ਤੇ ਸਿਰਫ ਇੱਕ ਗੁਰੂ ਦਾ ਆਸਰਾ ਤੱਕ ਲਿਆ ਹੈ। ਕਹਿ ਕਬੀਰ ਗੁਰ ਮਿਲਤ ਮਹਾਰਸ, ਪ੍ਰੇਮ ਭਗਤ ਨਿਸਤਾਰਿਓ ਰੇ। ਹੇ ਕਬੀਰ ਇਹ ਆਖ ਕਿ ਗੁਰੂ ਨੂੰ ਮਿਲਿਆ, ਪ੍ਰਮਾਤਮਾ ਦੇ ਨਾਮ ਰੂਪੀ ਮਹਾਰਸ ਪੈਦਾ ਹੁੰਦਾ ਹੈ। ਪ੍ਰਭੂ ਦੀ ਭਗਤੀ, ਪਿਆਰ ਦੇ ਨਾਲ ਕੀਤੀ ਹੋਈ ਭਗਤੀ
ਸੰਸਾਰ ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਤੋਂ ਬਚਾ ਲੈਂਦੀ ਹੈ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 335ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਅੱਜ ਦੀ ਬਾਣੀ ਦੇ ਪਹਿਲੇ ਹੀ ਸ਼ਬਦ ਦੇ ਵਿੱਚ ਕਬੀਰ ਜੀ ਨੇ ਮਨੁੱਖੀ ਸਰੀਰ ਦੀ ਗੁੰਝਲ ਦੀ ਗੱਲ ਕੀਤੀ, ਤਾਣੀ ਦੀ ਉਦਾਹਰਣ ਲੈ ਕੇ, ਤੇ ਸਾਨੂੰ ਸਮਝਾਇਆ ਕਿ ਕਿਵੇਂ ਹਰ ਤੰਦ ਦੇ ਨਾਲ, ਹਰ ਸਾਹ ਦੇ ਨਾਲ ਸਾਡੀ ਉਮਰ ਘਟਦੀ ਜਾ ਰਹੀ ਹੈ ਤੇ ਅੰਤ ਨੂੰ ਇਹ ਜੋ ਸਾਹਾਂ ਦੀ ਤੰਦ ਹੈ ਇਹ ਟੁੱਟ ਜਾਣੀ ਹੈ। ਪਰਮਾਤਮਾ ਦਾ ਨਾਮ ਜਪਿਆ ਕਰੀਏ, ਇਹਦੇ ਲਈ ਸਾਨੂੰ ਪ੍ਰੇਰਨਾ ਦਿੱਤੀ। ਅਗਲੇ ਦੋਨਾਂ ਹੀ ਸ਼ਬਦਾਂ ਦੇ ਵਿੱਚ ਪ੍ਰਮਾਤਮਾ ਦੀ ਸਿਫਤ ਸਲਾਹ ਹੋਈ। ਹਉਮੈ ਦੀ ਗੱਲ ਕਬੀਰ ਜੀ ਨੇ ਕੀਤੀ ਕਿ ਕਿਵੇਂ ਧਾਰਮਿਕ ਰਸਮਾਂ ਰਿਵਾਜਾਂ ਦੇ ਵਿੱਚੋਂ ਹਉਮੈ ਉਤਪੰਨ ਹੁੰਦੀ ਹੈ ਤੇ ਉਹ ਹਉਮੈ ਸਾਡੇ ਮਨ ਨੂੰ ਸਾੜ ਦਿੰਦੀ ਹੈ। ਕੁਝ ਕਰਨਾ ਹੈ ਤੇ ਪ੍ਰਮਾਤਮਾ ਦੀ ਸੱਚੇ ਦਿਲੋਂ ਭਗਤੀ ਕਰੀਏ, ਪ੍ਰਮਾਤਮਾ ਦੇ ਨਾਲ ਜੁੜੀਏ। ਇਸੇ ਹੀ ਸਾਰਾਂਸ਼ ਦੇ ਨਾਲ ਅੱਜ ਦੀ ਵੀਡੀਓ ਦੀ ਸਮਾਪਤੀ ਕਰਦੇ ਹਾਂ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।